ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਮੈਂ ਤੁਹਾਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਲਾਸ +2 ਦਾ ਵੈਲਕਮ ਲਾਈਫ ਸਵਾਗਤ ਜ਼ਿੰਦਗੀ ਪੁਸਤਕ ਦਾ ਪਾਠ ਨੰਬਰ 3 ਸਮਝਾਉਣ ਜਾ ਰਿਹਾ ਹਾਂ। ਪਾਠ ਨੰਬਰ 3 ਦਾ ਨਾਮ ਹੈ ਕਿਸ਼ੋਰ ਉਮਰ ਵਿੱਚ ਵਾਅਦੇ ਨਾਲ ਸੰਬੰਧਿਤ ਕਦਰਾਂ ਕੀਮਤਾਂ, ਵੈਲਿਊਜ਼ ਐਸੋਸੀਏਟਡ ਵਿਦ ਗਰੋਥ ਇਨ ਐਡੋਲਸੈਂਸ। ਇਸ ਪਾਠ ਦੇ ਦੋ ਭਾਗ ਹਨ, ਸ਼ਖਸੀਅਤ ਦਾ ਨਿਖਾਰ ਅਤੇ ਸਵੈ ਜਾਗਰੂਕਤਾ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪਾਠ ਦੇ ਨਾਮ ਦੇ ਅਰਥ ਦੱਸ ਦਿੰਦਾ ਹਾਂ। ਕਿਸ਼ੋਰ ਉਮਰ ਵਿੱਚ ਵਾਅਦੇ ਨਾਲ ਸੰਬੰਧਿਤ ਕਦਰਾਂ ਕੀਮਤਾਂ, ਵੈਲਿਊਜ਼ ਐਸੋਸੀਏਟਡ ਵਿਦ ਗਰੋਥ ਇਨ ਐਡੋਲਸੈਂਸ, ਭਾਵ 13 ਤੋਂ 19 ਸਾਲ ਦੀ ਉਮਰ ਵਿੱਚ ਜਦੋਂ ਬੱਚਿਆਂ ਦੀ ਵਿਕਾਸ ਪ੍ਰਕਿਰਿਆ ਪੂਰੇ ਚਰਮ 'ਤੇ ਹੁੰਦੀ ਹੈ ਤਾਂ ਉਹਨਾਂ ਨੂੰ ਸਮਾਜ ਵਿੱਚ ਕਿਵੇਂ ਵਿਚਰਨਾ ਚਾਹੀਦਾ ਹੈ। ਭਾਵ ਕਿ ਵਿਦਿਆਰਥੀ ਖਾਸ ਕਰਕੇ 13 ਤੋਂ 19 ਸਾਲ ਦੀ ਉਮਰ ਦੇ ਜਿਵੇਂ ਜਿਵੇਂ ਆਪਣਾ ਵਿਕਾਸ ਕਰਦੇ ਹਨ, ਉਹਨਾਂ ਦੇ ਮਨ ਵਿੱਚ ਕਈ ਤਰ੍ਹਾਂ ਦੇ ਵਿਚਾਰ ਆਉਂਦੇ ਹਨ, ਕਈ ਤਰ੍ਹਾਂ ਦੇ ਖਿਆਲ ਆਉਂਦੇ ਹਨ, ਜਿਨ੍ਹਾਂ ਵਿੱਚ ਉਹਨਾਂ ਦੇ ਭਟਕਣ ਦੇ ਚਾਂਸ ਵੱਧ ਜਾਂਦੇ ਹਨ, ਭਾਵ ਕਿ ਗਲਤ ਰਸਤੇ 'ਤੇ ਜਾਣ ਦੇ ਚਾਂਸ ਵੱਧ ਜਾਂਦੇ ਹਨ। ਤਾਂ ਇਸ ਪਾਠ ਵਿੱਚ ਤੁਹਾਨੂੰ ਦੱਸਿਆ ਜਾਵੇਗਾ ਕਿ ਤੁਸੀਂ ਆਪਣਾ ਸਮਾਜ ਵਿੱਚ ਰਹਿੰਦੇ ਹੋਏ ਵਿਕਾਸ ਕਿਵੇਂ ਕਰਨਾ ਹੈ, ਕਿਵੇਂ ਆਪਣੇ ਫਰਜ਼ ਪੂਰੇ ਕਰਨੇ ਹਨ, ਕੀ ਤੁਸੀਂ ਆਪਣੇ ਫਰਜ਼ ਪੂਰੇ ਕਰਦੇ ਹੋ ਜਾਂ ਨਹੀਂ। ਤਾਂ ਦੋਸਤੋ, ਮੈਨੂੰ ਉਮੀਦ ਹੈ ਤੁਸੀਂ ਪਾਠ ਦੇ ਨਾਮ ਦਾ ਅਰਥ ਸਮਝ ਲਿਆ ਹੋਵੇਗਾ। ਦੋਸਤੋ, ਪਾਠ ਨੰਬਰ 3 ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਪਾਠ ਨੰਬਰ 2 ਵਿੱਚ ਹੋਈ ਇੱਕ ਗਲਤੀ ਬਾਰੇ ਦੱਸਣਾ ਚਾਹੁੰਦਾ ਹਾਂ। ਪਾਠ ਨੰਬਰ 2 ਵਿੱਚ ਪੇਜ ਨੰਬਰ 10 ਉੱਤੇ ਮੈਂ ਤੁਹਾਨੂੰ ਇੱਕ ਸਾਰਣੀ ਭਰਵਾਈ ਸੀ, ਜਿਸ ਵਿੱਚ ਦੂਜੇ ਨੰਬਰ 'ਤੇ ਕੀ ਮਾਪਿਆਂ ਨੂੰ ਬੱਚਿਆਂ ਦੀ ਹਰ ਗੱਲ ਮੰਨ ਲੈਣੀ ਚਾਹੀਦੀ ਹੈ ਵਿੱਚ ਮੈਂ ਤੁਹਾਨੂੰ ਗਲਤ ਦੱਸ ਦਿੱਤਾ ਸੀ। ਇਸ ਦਾ ਜਵਾਬ ਨਹੀਂ ਆਉਣਾ ਚਾਹੀਦਾ ਹੈ, ਕਿਉਂਕਿ ਜੇਕਰ ਮਾਪੇ ਹਮੇਸ਼ਾ ਆਪਣੇ ਬੱਚਿਆਂ ਦੀ ਗੱਲ ਮੰਨਦੇ ਰਹਿਣਗੇ ਤਾਂ ਬੱਚੇ ਵਿਗੜ ਜਾਣਗੇ ਅਤੇ ਉਹਨਾਂ ਦੀ ਇਸ ਛੂਟ ਦਾ ਨਜਾਇਜ਼ ਫਾਇਦਾ ਚੁੱਕਣਗੇ। ਤਾਂ ਦੋਸਤੋ, ਤੁਸੀਂ ਇਹ ਗਲਤੀ ਠੀਕ ਕਰ ਲੈਣੀ ਹੈ। ਮੈਨੂੰ ਉਮੀਦ ਹੈ ਤੁਸੀਂ ਇਸ ਗੱਲ ਨੂੰ ਸਮਝ ਲਓਗੇ। ਹੁਣ ਮੈਂ ਤੁਹਾਨੂੰ ਪਾਠ ਨੰਬਰ 3 ਸਮਝਾਵਾਂਗਾ। ਦੋਸਤੋ, ਪਾਠ ਨੰਬਰ 3 ਦਾ ਸਾਰ-ਅੰਸ਼ ਜਾਂ ਨਿਚੋੜ। ਊੜਾ ਭਾਗ ਸ਼ਖਸੀਅਤ ਦਾ ਨਿਖਾਰ, ਪਰਸਨੈਲਿਟੀ ਡਿਵੈਲਪਮੈਂਟ, ਭਾਵ ਮਨੁੱਖ ਦੀ ਸ਼ਖਸੀਅਤ ਨੂੰ ਵਧੀਆ ਬਣਾਉਣ ਨੂੰ ਹੀ ਸ਼ਖਸੀਅਤ ਦਾ ਨਿਖਾਰ ਆਖਦੇ ਹਨ। ਸ਼ਖਸੀਅਤ ਨਿਖਾਰ ਉਸ ਨੂੰ ਸਮਾਜ ਵਿੱਚ ਵਿਚਰਨਾ ਭਾਵ ਰਹਿਣ ਦਾ ਢੰਗ ਸਿਖਾਉਂਦਾ ਹੈ। ਇਹ ਸਾਡੇ ਅੰਦਰ ਆਤਮ ਵਿਸ਼ਵਾਸ, ਸਵੈ ਮਾਣ ਅਤੇ ਸਕਾਰਾਤਮਕ ਊਰਜਾ ਨੂੰ ਵੀ ਵਧਾਉਂਦਾ ਹੈ। ਤਾਂ ਦੋਸਤੋ, ਇਸ ਦਾ ਮਤਲਬ ਇਹ ਹੋਇਆ ਕਿ ਸਾਡੀ ਸ਼ਖਸੀਅਤ ਵਿੱਚ ਹੋਣ ਵਾਲਾ ਵਿਕਾਸ ਹੀ ਸਾਡਾ ਸ਼ਖਸੀਅਤ ਦਾ ਨਿਖਾਰ ਦਿਖਾਉਂਦਾ ਹੈ ਅਤੇ ਇਹ ਸਾਨੂੰ ਸਮਾਜ ਵਿੱਚ ਵਿਚਰਨ ਦੇ ਯੋਗ ਬਣਾਉਂਦਾ ਹੈ। ਭਾਗ ਨੰਬਰ 2 ਸਵੈ ਜਾਗਰੂਕਤਾ, ਸੈਲਫ ਅਵੇਅਰਨੈਸ, ਭਾਵ ਆਪਣੇ ਆਪ ਨੂੰ ਜਾਣ ਕੇ, ਭਾਵ ਕਿ ਪਹਿਚਾਣ ਕੇ ਤਰੱਕੀ ਵੱਲ ਵਧਣਾ। ਸਵੈ ਜਾਗਰੂਕਤਾ ਆਪਣੇ ਆਪ ਦੀ ਸਹੀ ਤੇ ਸੱਚੀ ਪਰਖ ਹੈ। ਕਿਸ਼ੋਰਾਵਸਥਾ ਭਾਵ 13 ਤੋਂ 19 ਸਾਲ ਦੀ ਉਮਰ ਵਿੱਚ ਸਵੈ ਜਾਗਰੂਕਤਾ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ, ਕਿਉਂਕਿ ਇਸ ਉਮਰ ਵਿੱਚ ਮਾਨਸਿਕ ਤਣਾਅ ਆਪਣੇ ਚਰਮ ਭਾਵ ਪੂਰੇ ਜ਼ੋਰ 'ਤੇ ਹੁੰਦਾ ਹੈ। ਤਾਂ ਦੋਸਤੋ, ਤੁਸੀਂ ਸਾਰੇ ਦੇ ਸਾਰੇ ਖਾਸ ਕਰਕੇ +2 ਕਲਾਸ ਦੇ ਵਿਦਿਆਰਥੀ ਕਿਸ਼ੋਰਾਵਸਥਾ ਵਿੱਚੋਂ ਹੀ ਗੁਜ਼ਰ ਰਹੇ ਹੋ, ਤਾਂ ਤੁਹਾਡੇ ਲਈ ਇਹ ਬਹੁਤ ਅਰਥ ਭਰਪੂਰ ਹੋ ਜਾਂਦਾ ਹੈ ਕਿ ਆਪਣੇ ਆਪ ਨੂੰ ਜਾਣ ਕੇ ਆਪਣੇ ਮਾਨਸਿਕ ਤਣਾਅ ਨੂੰ ਦੂਰ ਕਰਦੇ ਹੋਏ ਸਮਾਜ ਵਿੱਚ ਸਹੀ ਤਰੀਕੇ ਨਾਲ ਵਿਚਰੀਏ। ਤਾਂ ਦੋਸਤੋ, ਮੈਨੂੰ ਉਮੀਦ ਹੈ ਤੁਸੀਂ ਇਸ ਪਾਠ ਦੇ ਅਰਥਾਂ ਨੂੰ ਚੰਗੀ ਤਰ੍ਹਾਂ ਜਾਣ ਲਿਆ ਹੋਵੇਗਾ। ਹੁਣ ਮੈਂ ਤੁਹਾਨੂੰ ਇਸ ਪਾਠ ਦੇ ਪ੍ਰਸ਼ਨ ਉੱਤਰ ਐਕਟੀਵਿਟੀਜ਼ ਕਰਵਾਵਾਂਗਾ। ਤਾਂ ਦੋਸਤੋ, ਹੋਰ ਵੀਡੀਓਜ਼ ਪ੍ਰਾਪਤ ਕਰਨ ਲਈ ਮੇਰੇ ਚੈਨਲ ਪਾਲ ਸਟੱਡੀ ਪੁਆਇੰਟ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ। ਪਹਿਲੀ ਕਿਰਿਆ ਸ਼ਖਸੀਅਤ ਦਾ ਨਿਖਾਰ ਭਾਗ ਵਿੱਚੋਂ। ਇਸ ਕਿਰਿਆ ਵਿੱਚ ਇੱਕ ਚਾਰਟ ਦਿੱਤਾ ਗਿਆ ਹੈ। ਇਸ ਦੇ ਸਾਰੇ ਕਾਲਮ ਵਿਦਿਆਰਥੀ ਨੇ ਇਮਾਨਦਾਰੀ ਨਾਲ ਭਰਨੇ ਹਨ। ਆਓ ਦਿੱਤੇ ਗਏ ਪੈਮਾਨੇ ਤੇ ਆਪਣੀ ਸ਼ਖਸੀਅਤ ਨੂੰ ਜਾਣੀਏ, ਭਾਵ ਕਿ ਤੁਹਾਡੇ ਬਾਰੇ ਕੁਝ ਪੁਆਇੰਟ ਦਿੱਤੇ ਗਏ ਹਨ, ਤੁਸੀਂ ਬੜੇ ਧਿਆਨ ਨਾਲ ਪੜ੍ਹਦੇ ਹੋਏ ਆਪਣੇ ਦਿਮਾਗ ਨਾਲ ਭਰਨੇ ਹਨ। ਜ਼ਰੂਰੀ ਨਹੀਂ ਕਿ ਮੇਰੇ ਅਨੁਸਾਰ ਭਰਨੇ ਹਨ। ਇਸ ਵਿੱਚ ਪਹਿਲੇ ਲੜੀ ਨੰਬਰ ਦਿੱਤਾ ਹੈ ਜੀ, ਫਿਰ ਕਥਨ ਦਿੱਤਾ ਹੈ, ਫਿਰ ਅੱਗੇ ਆਪਸ਼ਨਾਂ ਦਿੱਤੀਆਂ ਹਨ। ਪੂਰਨ ਅਸਹਿਮਤੀ ਭਾਵ ਕਿ ਤੁਸੀਂ ਬਿਲਕੁਲ ਨਾ ਕਰ ਦਿੰਦੇ ਹੋ। ਅਸਹਿਮਤੀ ਭਾਵ ਕਿ ਤੁਸੀਂ ਜਵਾਬ ਤਾਂ ਦੇ ਦਿੰਦੇ ਹੋ ਪਰ ਕਿਤੇ ਨਾ ਕਿਤੇ ਥੋੜ੍ਹੀ ਹਾਂ ਦੀ ਭਾਵਨਾ ਹੁੰਦੀ ਹੈ। ਨਾ ਅਸਹਿਮਤੀ ਤੇ ਨਾ ਸਹਿਮਤੀ, ਇੱਥੇ ਤੁਸੀਂ ਦੋ ਚਿੱਤੀ ਭਾਵ ਡਬਲ ਮਾਈਂਡਡ ਹੋ। ਸਹਿਮਤੀ ਭਾਵ ਕਿ ਤੁਸੀਂ ਸਹਿਮਤ ਹੋ ਜਾਂਦੇ ਹੋ। ਪੂਰਨ ਸਹਿਮਤੀ ਦਾ ਭਾਵ ਹੈ ਕਿ ਤੁਸੀਂ 100% ਉਸ ਕੰਮ ਨੂੰ ਕਰਦੇ ਹੀ ਕਰਦੇ ਹੋ। ਤਾਂ ਦੋਸਤੋ, ਪਹਿਲਾ ਭਾਗ ਮੈਂ ਹਰ ਕੰਮ ਸੋਚ ਵਿਚਾਰ ਕੇ ਕਰਦਾ ਹਾਂ, ਪੂਰਨ ਸਹਿਮਤੀ। ਤਾਂ ਦੋਸਤੋ, ਇੱਥੇ ਅਸੀਂ ਮੇਰੇ ਮੁਤਾਬਕ ਪੂਰਨ ਸਹਿਮਤੀ ਆਉਣਾ ਚਾਹੀਦਾ ਹੈ। ਤੁਸੀਂ ਇੱਥੇ ਸਹਿਮਤੀ ਵੀ ਭਰ ਸਕਦੇ ਹੋ ਜਾਂ ਤੁਹਾਨੂੰ ਕੁਝ ਹੋਰ ਉਚਿਤ ਲੱਗਦਾ ਹੈ, ਪਰੰਤੂ ਇੱਥੇ ਪੂਰਨ ਸਹਿਮਤੀ ਹੀ ਠੀਕ ਰਹੇਗਾ। ਨੰਬਰ 2 ਮੈਂ ਦੂਜਿਆਂ ਤੋਂ ਦੂਰ ਰਹਿੰਦਾ ਹਾਂ, ਪੂਰਨ ਅਸਹਿਮਤੀ, ਕਿਉਂਕਿ ਦੂਜਿਆਂ ਤੋਂ ਦੂਰ ਰਹਿਣ ਵਾਲਾ ਬੰਦਾ ਕਿਤੇ ਨਾ ਕਿਤੇ ਮਾਨਸਿਕ ਬਿਮਾਰੀ ਨਾਲ ਜੂਝ ਰਿਹਾ ਹੁੰਦਾ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਅੰਦਰ ਇਹੋ ਜਿਹਾ ਕੋਈ ਗੁਣ ਹੈ ਤਾਂ ਤੁਹਾਨੂੰ ਆਪਣੇ ਅਧਿਆਪਕ ਨਾਲ ਤੇ ਮਾਤਾ ਪਿਤਾ ਨਾਲ ਗੱਲ ਕਰਨੀ ਚਾਹੀਦੀ ਹੈ। ਨੰਬਰ 3 ਮੈਂ ਆਪਣੇ ਵਾਅਦੇ ਪੂਰੇ ਕਰਦਾ ਹਾਂ। ਇਸ ਦੇ ਲਈ ਮੈਂ ਸਹਿਮਤੀ ਲਿਖਿਆ ਹੈ, ਕਿਉਂਕਿ ਵਾਅਦੇ ਕਈ ਵਾਰ ਅਸੀਂ ਵੱਡੇ ਵੱਡੇ ਵਾਅਦੇ ਕਰ ਦਿੰਦੇ ਹਾਂ ਪਰੰਤੂ ਉਸ ਨੂੰ ਪੂਰਾ ਨਹੀਂ ਕਰ ਪਾਉਂਦੇ, ਤਾਂ ਇਸ ਨੂੰ ਪੂਰਨ ਸਹਿਮਤੀ ਵਿੱਚ ਨਹੀਂ ਰੱਖਿਆ ਜਾ ਸਕਦਾ। ਮੇਰੇ ਮੁਤਾਬਕ ਇਹ ਸਹਿਮਤੀ ਵਿੱਚ ਆਵੇਗਾ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸਾਰੇ ਵਾਅਦੇ ਪੂਰੇ ਕਰਦੇ ਹੋ, ਕਦੇ ਝੂਠ ਨਹੀਂ ਬੋਲਦੇ ਜਾਂ ਵਧਾ ਚੜਾ ਕੇ ਗੱਲ ਨਹੀਂ ਕਰਦੇ, ਤਾਂ ਤੁਸੀਂ ਇੱਥੇ ਪੂਰਨ ਸਹਿਮਤੀ ਵੀ ਲਿਖ ਸਕਦੇ ਹੋ। ਨੰਬਰ 4 ਮੈਂ ਸਮਾਂ ਬਰਬਾਦ ਕਰਦਾ ਹਾਂ। ਇੱਥੇ ਮੈਂ ਪੂਰਨ ਅਸਹਿਮਤੀ ਲਿਖਿਆ ਹੈ। ਬਾਕੀ ਤੁਹਾਨੂੰ ਜੋ ਠੀਕ ਲੱਗੇ, ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸਮਾਂ ਬਰਬਾਦ ਕਰਦੇ ਹੋ ਤਾਂ ਤੁਸੀਂ ਹੋਰ ਵੀ ਕੁਝ ਭਰ ਸਕਦੇ ਹੋ। ਨੰਬਰ 5 ਮੈਨੂੰ ਦੂਜਿਆਂ ਦੀ ਮਦਦ ਕਰਨ ਵਿੱਚ ਮਜ਼ਾ ਆਉਂਦਾ ਹੈ। ਮੈਂ ਇੱਥੇ
ਅਸਹਿਮਤੀ ਭਰਿਆ ਹੈ, ਤੁਸੀਂ ਇੱਥੇ ਕੁਝ ਹੋਰ ਵੀ ਭਰ ਸਕਦੇ ਹੋ। ਮੈਂ ਅਸਹਿਯੋਗੀ ਹਾਂ, ਭਾਵ ਕਿ ਮੈਂ ਕਿਸੇ ਦਾ ਸਹਿਯੋਗ ਨਹੀਂ ਕਰਦਾ, ਤਾਂ ਮੇਰੇ ਮੁਤਾਬਕ ਇਹ ਅਸਹਿਮਤੀ ਹੈ, ਕਿਉਂਕਿ ਆਪਾਂ ਕਿਤੇ ਨਾ ਕਿਤੇ ਦੂਜੇ ਬੰਦੇ ਦੀ ਮਦਦ ਕਰ ਦਿੰਦੇ ਹਾਂ। ਕਈ ਘੱਟ ਕਰਦੇ ਹਨ, ਕਈ ਜ਼ਿਆਦਾ ਕਰਦੇ ਹਨ, ਪਰ ਮਦਦ ਆਪਾਂ ਇੱਕ ਦੂਜੇ ਦੀ ਜ਼ਰੂਰ ਕਰਦੇ ਹਾਂ ਅਤੇ ਅਸੀਂ ਦੂਜਿਆਂ ਦੀ ਮਦਦ ਲੈਂਦੇ ਵੀ ਹਾਂ। ਮਦਦ ਲੈਣਾ ਅਤੇ ਮਦਦ ਦੇਣਾ ਹੀ ਸਹਿਯੋਗੀ ਭਾਵ ਹੁੰਦਾ ਹੈ। ਨੰਬਰ 7, ਮੈਂ ਬਿਨਾਂ ਸੋਚੇ ਫੈਸਲੇ ਲੈਂਦਾ ਹਾਂ, ਮੇਰੇ ਮੁਤਾਬਕ ਪੂਰਨ ਅਸਹਿਮਤੀ ਹੈ। ਕੋਈ ਹੀ ਮੂਰਖ ਪ੍ਰਾਣੀ ਹੋਵੇਗਾ ਜਿਹੜਾ ਬਿਨਾਂ ਸੋਚੇ ਸਮਝੇ ਫੈਸਲਾ ਲੈਂਦਾ ਹੋਵੇ। ਨਹੀਂ, ਅਸੀਂ ਕਿਤੇ ਨਾ ਕਿਤੇ ਆਪਣਾ ਚੰਗਾ ਮਾੜਾ ਵਿਚਾਰ ਕੇ ਹੀ ਫੈਸਲਾ ਲੈਂਦੇ ਹਾਂ। ਤਾਂ ਦੋਸਤੋ, ਤੁਸੀਂ ਆਪਣੇ ਮੁਤਾਬਕ ਇਹਨਾਂ ਵਿੱਚ ਸਹਿਮਤੀ, ਅਸਹਿਮਤੀ ਜਾਂ ਜੋ ਵੀ ਤੁਹਾਨੂੰ ਠੀਕ ਲੱਗਦਾ ਹੈ ਉਹ ਭਰ ਦੇਣਾ ਹੈ। ਨੰਬਰ 8, ਮੈਂ ਬੜੀ ਆਸਾਨੀ ਨਾਲ ਦੋਸਤ ਬਣਾਉਂਦਾ ਹਾਂ, ਪੂਰਨ ਅਸਹਿਮਤੀ। ਮੈਂ ਇੱਥੇ ਪੂਰਨ ਅਸਹਿਮਤੀ ਰੱਖਿਆ ਹੈ ਜੀ, ਕਿਉਂਕਿ ਮੈਂ ਬਹੁਤ ਸੋਚ ਸਮਝ ਕੇ ਆਪਣੇ ਦੋਸਤ ਬਣਾਉਂਦਾ ਹਾਂ। ਬਾਕੀ ਤੁਸੀਂ ਆਪਣੇ ਮੁਤਾਬਕ ਭਰ ਦੇਣਾ ਹੈ। ਨੰਬਰ 9, ਮੈਂ ਨਿਯਮਾਂ ਨੂੰ ਤੋੜਦਾ ਹਾਂ। ਇਸ ਦੇ ਵਿੱਚ ਮੈਂ ਅਸਹਿਮਤੀ ਰੱਖਿਆ ਹੈ, ਪੂਰਨ ਅਸਹਿਮਤੀ ਇਸ ਕਰਕੇ ਨਹੀਂ ਰੱਖਿਆ ਕਿਉਂਕਿ ਅਸੀਂ ਇਨਸਾਨ ਹਾਂ ਅਤੇ ਇਨਸਾਨ ਗਲਤੀਆਂ ਦਾ ਪੁਤਲਾ ਹੈ। ਅਸੀਂ ਕਿਤੇ ਨਾ ਕਿਤੇ ਨਾ ਚਾਹੁੰਦੇ ਹੋਏ ਵੀ ਨਿਯਮਾਂ ਨੂੰ ਤੋੜ ਦਿੰਦੇ ਹਾਂ। ਨੰਬਰ 10, ਮੈਂ ਦੂਜਿਆਂ ਦੀਆਂ ਭਾਵਨਾਵਾਂ ਦੀ ਪਰਵਾਹ ਨਹੀਂ ਕਰਦਾ। ਮੈਂ ਇੱਥੇ ਪੂਰਨ ਅਸਹਿਮਤੀ ਰੱਖਿਆ ਹੈ ਕਿਉਂਕਿ ਮੈਂ ਦੂਜਿਆਂ ਦੀ ਭਾਵਨਾਵਾਂ ਨੂੰ ਬਹੁਤ ਸਮਝਦਾ ਹਾਂ। ਤੁਸੀਂ ਆਪਣੇ ਮੁਤਾਬਕ ਕੁਝ ਵੀ ਭਰ ਲੈਣਾ ਹੈ। ਮੈਂ ਕਾਫੀ ਕਲਪਨਾਸ਼ੀਲ ਹਾਂ। ਮੈਂ ਇੱਥੇ ਸਹਿਮਤੀ ਰੱਖਿਆ ਹੈ, ਪੂਰਨ ਸਹਿਮਤੀ ਇਸ ਲਈ ਨਹੀਂ ਰੱਖਿਆ ਕਿਉਂਕਿ ਕਲਪਨਾ ਦੇ ਵਿੱਚ ਜੀਣਾ ਹੀ ਕਾਫੀ ਨਹੀਂ ਹੁੰਦਾ, ਸਾਨੂੰ ਸੱਚਾਈਆਂ ਦੇ ਨਾਲ ਜੀਣਾ ਪੈਂਦਾ ਹੈ। ਇਸ ਲਈ ਸ਼ਾਇਦ ਤੁਸੀਂ ਕਲਪਨਾ ਦੇ ਵਿੱਚ ਜੀਂਦੇ ਹੋ ਤਾਂ ਤੁਸੀਂ ਆਪਣੇ ਮੁਤਾਬਕ ਭਰ ਦੇਣਾ ਹੈ, ਪਰੰਤੂ ਇੱਥੇ ਸਹਿਮਤੀ ਵਰਡ ਠੀਕ ਰਹੇਗਾ, ਪੂਰਨ ਸਹਿਮਤੀ ਮੇਰੇ ਮੁਤਾਬਕ ਠੀਕ ਨਹੀਂ ਹੈ। ਨੰਬਰ 12, ਮੈਨੂੰ ਦੂਜਿਆਂ ਤੱਕ ਪਹੁੰਚ ਕਰਨਾ ਔਖਾ ਲੱਗਦਾ ਹੈ। ਇਸ ਦਾ ਜੀ ਅਸਹਿਮਤੀ ਹੈ ਕਿਉਂਕਿ ਅਸੀਂ ਜਦੋਂ ਤੱਕ ਕਿਸੇ ਕੋਲ ਪਹੁੰਚ ਨਹੀਂ ਕਰਾਂਗੇ ਤਾਂ ਅਸੀਂ ਆਪਣੀਆਂ ਸਮੱਸਿਆਵਾਂ ਹੱਲ ਨਹੀਂ ਕਰਾਂਗੇ। ਭਾਵ ਕਿ ਜੇਕਰ ਅਸੀਂ ਕੋਈ ਸਵਾਲ ਸਮਝਣਾ ਹੈ ਜਾਂ ਕੋਈ ਪ੍ਰਸ਼ਨ ਸਮਝਣਾ ਹੈ, ਜੇ ਅਸੀਂ ਅਧਿਆਪਕ ਨੂੰ ਪੁੱਛਾਂਗੇ ਤਾਂ ਹੀ ਉਹ ਸਾਡੀ ਸਮੱਸਿਆ ਨੂੰ ਸਮਝ ਕੇ ਉਸ ਨੂੰ ਦੂਰ ਕਰੇਗਾ, ਪਰੰਤੂ ਜੇਕਰ ਅਸੀਂ ਉਸ ਤੱਕ ਪਹੁੰਚਾਂਗੇ ਹੀ ਨਹੀਂ ਤਾਂ ਸਾਡੀ ਸਮੱਸਿਆ ਹੱਲ ਨਹੀਂ ਹੋਵੇਗੀ। ਬਾਕੀ ਤੁਸੀਂ ਆਪਣੇ ਮੁਤਾਬਕ ਇਸ ਨੂੰ ਭਰ ਦੇਣਾ ਹੈ। ਨੰਬਰ 13, ਮੈਂ ਬੇਘਰਿਆਂ ਪ੍ਰਤੀ ਹਮਦਰਦੀ ਰੱਖਦਾ ਹਾਂ। ਮੈਂ ਇਸ ਦਾ ਪੂਰਨ ਸਹਿਮਤੀ ਰੱਖਿਆ ਹੈ ਜੀ, ਜਿਨ੍ਹਾਂ ਦਾ ਘਰ ਨਹੀਂ ਹੁੰਦਾ, ਭਾਵ ਕਿ ਫੁੱਟਪਾਥ 'ਤੇ ਰਹਿੰਦੇ ਹਨ ਜਾਂ ਇੱਧਰ ਉੱਧਰ ਭਟਕਦੇ ਰਹਿੰਦੇ ਹਨ। ਦੁਨੀਆ ਦਾ ਸ਼ਾਇਦ ਹੀ ਕੋਈ ਬੰਦਾ ਹੋਵੇਗਾ ਜਿਹੜਾ ਉਹਨਾਂ ਪ੍ਰਤੀ ਹਮਦਰਦੀ ਨਾ ਰੱਖਦਾ ਹੋਵੇ। ਭਾਵੇਂ ਉਹਨਾਂ ਦੀ ਮਦਦ ਕੀਤੀ ਜਾਵੇ ਜਾਂ ਨਾ ਕੀਤੀ ਜਾਵੇ, ਅਸੀਂ ਸਰਕਾਰਾਂ 'ਤੇ ਇਹ ਥੋਪ ਦਿੰਦੇ ਹਾਂ ਕਿ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਹੈ, ਪਰੰਤੂ ਆਪਣੇ ਮਨ ਦੇ ਵਿੱਚ ਹਮਦਰਦੀ ਜ਼ਰੂਰ ਲੈਂਦੇ ਹਾਂ। ਨੰਬਰ 14, ਮੈਂ ਕਿਸੇ ਵੀ ਮੁਸ਼ਕਲ ਘੜੀ ਵਿੱਚ ਜਲਦੀ ਘਬਰਾ ਜਾਂਦਾ ਹਾਂ। ਮੈਂ ਇਸ ਦਾ ਅਸਹਿਮਤੀ ਰੱਖਿਆ ਹੈ ਕਿਉਂਕਿ ਘਬਰਾਉਣਾ ਮਨੁੱਖ ਦੀ ਫਿਤਰਤ ਹੈ। ਹਰ ਇੱਕ ਵਿਅਕਤੀ, ਭਾਵੇਂ ਉਹ ਜਿੰਨਾ ਵੀ ਪੱਥਰ ਦਿਲ ਜਾਂ ਆਪਣੇ ਆਪ ਨੂੰ ਬਹੁਤ ਸਮਝਦਾਰ ਕਹਾਉਂਦਾ ਹੋਏ, ਉਹ ਕਦੇ ਨਾ ਕਦੇ ਜ਼ਿੰਦਗੀ ਵਿੱਚ ਘਬਰਾਉਂਦਾ ਜ਼ਰੂਰ ਹੈ। ਇਸ ਲਈ ਪੂਰਨ ਅਸਹਿਮਤੀ ਨਹੀਂ ਰੱਖਿਆ ਮੈਂ, ਅਸਹਿਮਤੀ ਰੱਖਿਆ ਹੈ। ਬਾਕੀ ਤੁਸੀਂ ਆਪਣੇ ਮੁਤਾਬਕ ਭਰ ਲੈਣਾ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਨਹੀਂ ਘਬਰਾਉਂਦੇ ਤਾਂ ਪੂਰਨ ਅਸਹਿਮਤੀ ਵੀ ਕਰ ਸਕਦੇ ਹੋ, ਪਰੰਤੂ ਸ਼ਾਇਦ ਹੀ ਕੋਈ ਇਨਸਾਨ ਹੋਵੇਗਾ ਜੋ ਇਸ ਦੌਰ ਵਿੱਚੋਂ ਨਾ ਗੁਜ਼ਰਦਾ ਹੋਵੇ। ਉਪਰੋਕਤ ਅਨੁਸਾਰ ਹਰੇਕ ਵਿਦਿਆਰਥੀ ਸਵੈ ਚਿੰਤਨ ਰਾਹੀਂ ਆਪਣੀ ਸ਼ਖਸੀਅਤ ਦੇ ਕੁਝ ਗੁਣਾਂ ਦੀ ਸਮਝ ਆ ਜਾਵੇਗੀ। ਭਾਵ ਕਿ ਉੱਪਰਲੇ ਕਾਲਮਾਂ ਨੂੰ ਭਰਨ ਤੋਂ ਬਾਅਦ ਮਨੁੱਖ ਨੂੰ, ਵਿਦਿਆਰਥੀ ਨੂੰ ਪਤਾ ਲੱਗ ਜਾਵੇਗਾ ਕਿ ਉਸ ਨੂੰ ਸ਼ਖਸੀਅਤ ਦਾ ਕਿਵੇਂ ਵਿਕਾਸ ਕਰਨਾ ਹੈ ਅਤੇ ਉਸ ਦੀ ਸ਼ਖਸੀਅਤ ਵਿੱਚ ਕਿਹੜੇ ਗੁਣ ਹਨ, ਕਿਹੜਾ ਗੁਣ ਉਸ ਦਾ ਕਮਜ਼ੋਰ ਹੈ ਅਤੇ ਕਿਸ ਵਿੱਚ ਉਸ ਨੂੰ ਸੁਧਾਰ ਕਰਨ ਦੀ ਲੋੜ ਹੈ। ਤਾਂ ਦੋਸਤੋ, ਦੂਜੀ ਕਿਰਿਆ ਅੰਤਰਝਾਤ ਲਈ ਆਪਣੇ ਆਪ ਨੂੰ ਖੋਜੋ। ਭਾਵ ਕਿ ਇੱਥੇ ਤੁਸੀਂ ਆਪਣੇ ਆਪ ਤੋਂ ਕੁਝ ਪ੍ਰਸ਼ਨ ਕਰਨੇ ਹਨ ਅਤੇ ਉਹਨਾਂ ਦਾ ਜਵਾਬ ਵੀ ਆਪ ਹੀ ਦੇਣਾ ਹੈ। ਇਸ ਕਿਰਿਆ ਵਿੱਚ ਜਮਾਤ ਦੇ ਸਾਰੇ ਵਿਦਿਆਰਥੀ ਇੱਕ ਸਫੇਦ ਕਾਗਜ਼ ਲੈਣਗੇ ਅਤੇ ਮੈਨੂੰ ਮਾਣ ਹੈ ਕਿ ਇਸ ਡੈਸ਼ ਵਿੱਚ ਤੁਸੀਂ ਕੁਝ ਵੀ ਭਰ ਸਕਦੇ ਹੋ। ਜਿਵੇਂ ਮੈਂ ਭਰਿਆ ਜੀ, ਮੈਂ ਇੱਕ ਵਿਦਿਆਰਥੀ ਹਾਂ। ਤੁਸੀਂ ਇੱਥੇ ਮੈਂ ਇੱਕ ਚੰਗਾ ਵਿਦਿਆਰਥੀ ਹਾਂ ਵੀ ਭਰ ਸਕਦੇ ਹੋ, ਮੈਂ ਇੱਕ ਖਿਡਾਰੀ ਹਾਂ ਵੀ ਭਰ ਸਕਦੇ ਹੋ, ਜਾਂ ਜੋ ਤੁਹਾਨੂੰ ਠੀਕ ਲੱਗਦਾ ਤੁਸੀਂ ਆਪਣੇ ਮੁਤਾਬਕ ਭਰ ਦੇਣਾ ਹੈ। ਮੈਨੂੰ ਮਾਣ ਹੈ ਕਿ ਮੈਂ ਇੱਕ ਵਿਦਿਆਰਥੀ ਹਾਂ ਨਾਲ ਸ਼ੁਰੂ ਕਰਦੇ ਹੋਏ ਹੇਠ ਲਿਖੇ ਪ੍ਰਸ਼ਨਾਂ ਲਈ ਆਪਣੇ ਜਵਾਬ ਲਿਖਣਗੇ। ਭਾਵ ਕਿ ਕੁਝ ਪ੍ਰਸ਼ਨ ਹਨ, ਉਹਨਾਂ ਦੇ ਜਵਾਬ ਬੱਚਿਆਂ ਨੇ ਆਪਣੇ ਪੇਜ ਦੇ ਉੱਪਰ ਲਿਖਣੇ ਹਨ। ਮੈਂ ਤੁਹਾਨੂੰ ਪਹਿਲਾਂ ਪੜ੍ਹ ਕੇ ਸੁਣਾਉਂਦਾ ਹਾਂ, ਬਾਅਦ ਦੇ ਵਿੱਚ ਪੇਜ ਤੁਹਾਡੇ ਸਕਰੀਨ 'ਤੇ ਲਗਾ ਦੇਵਾਂਗਾ। ਤੁਸੀਂ ਵੀਡੀਓ ਨੂੰ ਪੌਜ਼ ਕਰਕੇ ਸਾਰੇ ਉੱਤਰ ਧਿਆਨ ਨਾਲ ਪੜ੍ਹ ਲੈਣੇ ਹਨ। ਨੰਬਰ 1, ਤੁਸੀਂ ਆਪਣੇ ਮਾਤਾ ਪਿਤਾ ਜੀ ਲਈ ਆਪਣੀ ਜ਼ਿੰਦਗੀ ਵਿੱਚ ਕੀ ਕੀਤਾ ਹੈ? ਤਾਂ ਤੁਸੀਂ ਆਪਣੇ ਮੁਤਾਬਕ ਕੁਝ ਵੀ ਭਰ ਸਕਦੇ ਹੋ। ਮੈਂ ਲਿਖਿਆ ਜੀ, ਮੈਂ ਆਪਣੇ ਮਾਤਾ ਪਿਤਾ ਦਾ ਘਰੇਲੂ ਕੰਮਾਂ ਵਿੱਚ ਹੱਥ ਵਟਾਉਂਦਾ ਹਾਂ। ਭਾਵ ਕਿ ਉਹਨਾਂ ਦੀ ਘਰ ਦੇ ਕੰਮਾਂ ਵਿੱਚ ਮਦਦ ਕਰਦਾ ਹਾਂ। ਨੰਬਰ 2, ਤੁਸੀਂ ਆਪਣੀ ਜ਼ਿੰਦਗੀ ਵਿੱਚ ਆਪਣੇ ਭੈਣ ਭਰਾ ਲਈ ਕੀ ਕੀਤਾ ਹੈ? ਮੈਂ ਆਪਣੇ ਭੈਣ ਭਰਾ ਦੀ ਪੜ੍ਹਨ ਸਮੇਂ ਆਈ ਸਮੱਸਿਆਵਾਂ ਨੂੰ ਹੱਲ ਕਰਦਾ ਹਾਂ ਜਾਂ ਮੈਂ ਉਹਨਾਂ ਦੀ ਜ਼ਰੂਰਤ ਅਨੁਸਾਰ ਸਮਾਨ ਲਿਆ ਕੇ ਦਿੰਦਾ ਹਾਂ। ਨੰਬਰ 3, ਤੁਸੀਂ ਆਪਣੇ ਦਾਦਾ ਦਾਦੀ ਜੀ ਲਈ ਕੀ ਕੀਤਾ ਹੈ? ਉੱਤਰ, ਮੈਂ ਆਪਣੇ ਦਾਦਾ ਦਾਦੀ ਨੂੰ ਸਮੇਂ-ਸਮੇਂ 'ਤੇ ਦਵਾਈ ਲਿਆ ਕੇ ਦਿੰਦਾ ਹਾਂ ਅਤੇ ਉਹਨਾਂ ਨੂੰ ਸੈਰ ਵੀ ਕਰਵਾਉਂਦਾ ਹਾਂ। ਤਾਂ ਦੋਸਤੋ, ਇਹ ਸਾਰੇ ਪ੍ਰਸ਼ਨ ਤੁਸੀਂ ਆਪਣੇ ਦਿਮਾਗ ਨਾਲ ਵੀ ਭਰ ਸਕਦੇ ਹੋ, ਜ਼ਰੂਰੀ ਨਹੀਂ ਕਿ ਮੇਰੇ ਮੁਤਾਬਕ ਹੀ ਭਰਨੇ ਹਨ। ਪ੍ਰਸ਼ਨ ਨੰਬਰ 4, ਤੁਸੀਂ ਆਪਣੀ ਜ਼ਿੰਦਗੀ ਵਿੱਚ ਆਪਣੇ ਕਿਸੇ ਰਿਸ਼ਤੇਦਾਰ ਲਈ ਕੀ ਕੀਤਾ ਹੈ? ਮੈਂ ਆਪਣੇ ਚਾਚਾ ਚਾਚੀ ਜੀ ਦੁਆਰਾ ਮੰਗਵਾਏ ਗਏ ਰੋਜ਼ਾਨਾ ਜ਼ਰੂਰਤ ਦੇ ਸਮਾਨ ਲਿਆ ਕੇ ਦਿੰਦਾ ਹਾਂ। ਭਾਵ ਕਿ ਤੁਸੀਂ ਆਪਣਾ ਹੋਰ ਕੋਈ ਰਿਸ਼ਤਾ ਲਿਖ ਸਕਦੇ ਹੋ, ਤਾਇਆ ਤਾਈ ਵੀ ਲਿਖ ਸਕਦੇ ਹੋ, ਭੂਆ ਫੁੱਫੜ ਵੀ ਲਿਖ ਸਕਦੇ ਹੋ, ਮਾਸੀ ਮਾਸੜ ਵੀ ਲਿਖ ਸਕਦੇ ਹੋ, ਜਾਂ ਜਿਹੜੇ ਵੀ ਰਿਸ਼ਤਿਆਂ ਲਈ ਤੁਸੀਂ ਕੁਝ ਕੀਤਾ ਹੈ ਉਸ ਦਾ ਜ਼ਿਕਰ ਇੱਥੇ ਕਰ ਸਕਦੇ ਹੋ। ਪ੍ਰਸ਼ਨ ਨੰਬਰ 5, ਤੁਸੀਂ ਆਪਣੀ ਜ਼ਿੰਦਗੀ ਵਿੱਚ ਆਪਣੇ ਪੱਕੇ ਮਿੱਤਰ ਲਈ ਕੀ ਕੀਤਾ ਹੈ? ਮੈਂ ਆਪਣੇ ਪੱਕੇ ਮਿੱਤਰ ਨੂੰ ਲੋੜ ਪੈਣ 'ਤੇ ਪੈਨ, ਕਿਤਾਬ, ਕਾਪੀ ਜਾਂ ਹੋਰ ਜ਼ਰੂਰਤ ਦਾ ਸਮਾਨ ਦੇ ਕੇ ਮਦਦ ਕਰਦਾ ਹਾਂ। ਭਾਵ ਕਿ ਆਪਣੇ ਮਿੱਤਰ ਲਈ ਜੋ ਵੀ ਤੁਸੀਂ ਕਰਦੇ ਹੋ ਇੱਥੇ ਬਿਆਨ ਕਰ ਸਕਦੇ ਹੋ। ਪ੍ਰਸ਼ਨ ਨੰਬਰ 6, ਤੁਸੀਂ ਆਪਣੀ ਜ਼ਿੰਦਗੀ ਵਿੱਚ ਆਪਣੇ ਗੁਆਂਢੀ ਲਈ ਕੀ ਕੀਤਾ ਹੈ? ਗੁਆਂਢੀ, ਨੇਬਰਸ, ਮੈਂ ਆਪਣੇ ਗੁਆਂਢੀਆਂ ਦੀ ਹਰ ਲੋੜ ਸਮੇਂ ਹੱਸ ਕੇ ਸਾਥ ਦਿੰਦਾ ਹਾਂ। ਭਾਵ ਕਿ ਗੁਆਂਢੀ ਉਹੀ ਚੰਗਾ ਹੁੰਦਾ ਹੈ ਜਿਹੜਾ
ਕੁਝ ਕਰੇ ਭਾਵੇਂ ਨਾ ਕਰੇ, ਘੱਟੋ ਘੱਟ ਸਾਡੇ ਨਾਲ ਹੱਸ ਕੇ ਬੋਲੇ। ਤਾਂ ਮੈਂ ਆਪਣੇ ਗੁਆਂਢੀਆਂ ਨਾਲ ਹੱਸ ਕੇ ਬੋਲਦਾ ਹਾਂ ਅਤੇ ਲੋੜ ਅਨੁਸਾਰ ਉਹਨਾਂ ਦੀ ਮਦਦ ਵੀ ਕਰ ਦਿੰਦਾ ਹਾਂ, ਅਤੇ ਤੁਹਾਡੇ ਤੋਂ ਵੀ ਉਮੀਦ ਰੱਖਦਾ ਹਾਂ ਕਿ ਤੁਸੀਂ ਵੀ ਇੱਦਾਂ ਹੀ ਵਿਚਰੋਗੇ। ਪ੍ਰਸ਼ਨ ਨੰਬਰ 7, ਤੁਸੀਂ ਆਪਣੀ ਜ਼ਿੰਦਗੀ ਵਿੱਚ ਆਪਣੇ ਸਕੂਲ ਲਈ ਕੀ ਕੀਤਾ ਹੈ? ਇੱਥੇ ਸਾਡੇ ਸਕੂਲ ਦੇ ਫਰਜ਼ਾਂ ਦੀ ਗੱਲ ਆ ਗਈ ਹੈ। ਮੈਂ ਸਕੂਲ ਵਿੱਚ ਫਜ਼ੂਲ ਚੱਲ ਰਹੀ ਪਾਣੀ ਦੀ ਟੂਟੀ, ਪੱਖੇ, ਲਾਈਟਾਂ ਆਦਿ ਨੂੰ ਬੰਦ ਕਰ ਦਿੰਦਾ ਹਾਂ। ਇਸ ਤਰ੍ਹਾਂ ਮੈਂ ਫਜ਼ੂਲ ਪਾਣੀ ਨੂੰ ਖਰਾਬ ਨਹੀਂ ਹੋਣ ਦਿੰਦਾ ਅਤੇ ਬਿਜਲੀ ਨੂੰ ਵੀ ਬਚਾਉਂਦਾ ਹਾਂ। ਤੁਸੀਂ ਆਪਣੇ ਮੁਤਾਬਕ ਹੋਰ ਕੁਝ ਵੀ ਭਰ ਸਕਦੇ ਹੋ। ਪ੍ਰਸ਼ਨ ਨੰਬਰ 8, ਤੁਸੀਂ ਆਪਣੀ ਜ਼ਿੰਦਗੀ ਵਿੱਚ ਆਪਣੇ ਪਿੰਡ ਲਈ ਕੀ ਕੀਤਾ ਹੈ? ਤਾਂ ਦੋਸਤੋ ਇੱਥੇ ਪਿੰਡ ਦੀ ਗੱਲ ਆਈ ਹੈ ਤਾਂ ਤੁਸੀਂ ਆਪਣੇ ਮੁਤਾਬਕ ਭਰ ਸਕਦੇ ਹੋ। ਮੈਂ ਆਪਣੇ ਦੋਸਤਾਂ ਨਾਲ ਮਿਲ ਕੇ ਪਿੰਡ ਦੇ ਖੇਡ ਦੇ ਮੈਦਾਨ, ਧਰਮਸ਼ਾਲਾ ਅਤੇ ਪੰਚਾਇਤ ਘਰ ਦੀ ਸਫਾਈ ਕਰਵਾਉਂਦਾ ਹਾਂ। ਤਾਂ ਦੋਸਤੋ ਜ਼ਰੂਰੀ ਨਹੀਂ ਕਿ ਤੁਹਾਡੇ ਪਿੰਡ ਦੇ ਵਿੱਚ ਵੀ ਖੇਡ ਦਾ ਮੈਦਾਨ ਹੋਵੇਗਾ, ਤਾਂ ਤੁਸੀਂ ਆਪਣੇ ਮੁਤਾਬਕ ਜੋ ਵੀ ਕਰਦੇ ਹੋ ਪਿੰਡ ਲਈ, ਗਲੀਆਂ ਨਾਲੀਆਂ ਦੀ ਸਫਾਈ ਕਰਦੇ ਹੋ ਜਾਂ ਹੋਰ ਕੋਈ ਵੀ ਕੰਮ ਕਰਦੇ ਹੋ, ਤੁਸੀਂ ਭਰ ਸਕਦੇ ਹੋ। ਪ੍ਰਸ਼ਨ ਨੰਬਰ 9, ਤੁਸੀਂ ਆਪਣੀ ਜ਼ਿੰਦਗੀ ਵਿੱਚ ਮਨੁੱਖਤਾ ਲਈ ਕੀ ਕੀਤਾ ਹੈ? ਇੱਥੇ ਓਵਰਆਲ ਨਿਚੋੜ ਦਿੱਤਾ ਗਿਆ ਹੈ ਕਿ ਪੂਰੀ ਮਨੁੱਖਤਾ, ਉੱਪਰ ਦੇ ਸਾਰੇ ਕੰਮ ਜਿਹੜੇ ਕਿਤੇ ਨਾ ਕਿਤੇ ਮਨੁੱਖਤਾ ਨੂੰ ਹੀ ਪ੍ਰਭਾਵਿਤ ਕਰਦੇ ਹਨ, ਤਾਂ ਤੁਸੀਂ ਮਨੁੱਖਤਾ ਲਈ ਕੀ ਕਰਦੇ ਹੋ? ਅਸੀਂ ਪਿੰਡ ਦੇ ਨੌਜਵਾਨ ਮੁੰਡਿਆਂ ਦਾ ਇੱਕ ਗਰੁੱਪ ਬਣਾਇਆ ਹੋਇਆ ਹੈ ਜੋ ਹਰੇਕ ਜ਼ਰੂਰਤਮੰਦ, ਭਾਵੇਂ ਉਹ ਕਿਸੇ ਵੀ ਧਰਮ, ਜਾਤੀ, ਪਿੰਡ ਦਾ ਹੋਵੇ, ਦੀ ਮਦਦ ਕਰਦੇ ਹਾਂ। ਭਾਵ ਕਿ ਉਹ ਕਿਤੇ ਵੀ ਰਹਿਣ ਵਾਲਾ ਹੋਵੇ, ਅਸੀਂ ਉਸ ਦੀ ਮਦਦ ਕਰਦੇ ਹਾਂ। ਤਾਂ ਦੋਸਤੋ ਸਾਰੇ ਪ੍ਰਸ਼ਨ ਮੈਂ ਤੁਹਾਡੀ ਸਕਰੀਨ ਤੇ ਲਗਾ ਰਿਹਾ ਹਾਂ। ਤੁਸੀਂ ਵੀਡੀਓ ਨੂੰ ਪੌਜ਼ ਕਰਕੇ ਚੰਗੀ ਤਰ੍ਹਾਂ ਪ੍ਰਸ਼ਨਾਂ ਨੂੰ ਪੜ੍ਹ ਲੈਣਾ ਹੈ, ਅਤੇ ਜੇਕਰ ਤੁਸੀਂ ਨੋਟ ਕਰਨਾ ਚਾਹੁੰਦੇ ਹੋ ਤਾਂ ਨੋਟ ਵੀ ਕਰ ਲੈਣੇ ਹਨ। ਮੈਨੂੰ ਉਮੀਦ ਹੈ ਦੋਸਤੋ ਤੁਸੀਂ ਸਾਰੇ ਪ੍ਰਸ਼ਨਾਂ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੋਵੇਗਾ, ਪਰ ਇਹ ਕਿਤੇ ਨਾ ਕਿਤੇ ਤੁਹਾਡੇ ਲਈ ਸਮਝਣਾ ਜ਼ਰੂਰੀ ਹੈ ਕਿ ਇਹ ਪੂਰੇ ਦੇ ਪੂਰੇ ਪ੍ਰਸ਼ਨ ਤੁਹਾਡੇ ਮੁਤਾਬਕ ਭਰੇ ਜਾਣ ਵਾਲੇ ਪ੍ਰਸ਼ਨ ਹਨ, ਜ਼ਰੂਰੀ ਨਹੀਂ ਕਿ ਮੇਰੇ ਮੁਤਾਬਕ ਭਰੇ ਜਾਣ। ਤੀਸਰੀ ਕਿਰਿਆ, ਸਾਰੇ ਵਿਦਿਆਰਥੀ ਜੋੜਿਆਂ ਦੇ ਰੂਪ ਵਿੱਚ ਇਸ ਤਰ੍ਹਾਂ ਬੈਠਣਗੇ ਕਿ ਕੁੜੀ ਨਾਲ ਅਤੇ ਮੁੰਡਾ ਮੁੰਡੇ ਨਾਲ ਬੈਠੇਗਾ। ਜਮਾਤ ਵਿੱਚ ਇਕੱਲਾ ਰਹਿ ਜਾਣ ਵਾਲਾ ਵਿਦਿਆਰਥੀ ਆਖਰੀ ਸਮੂਹ ਵਿੱਚ ਸ਼ਾਮਲ ਹੋਵੇਗਾ। ਭਾਵ ਕਿ ਜੇਕਰ ਕੋਈ ਵਿਦਿਆਰਥੀ ਇਕੱਲਾ ਵੱਜ ਜਾਂਦਾ ਹੈ ਤਾਂ ਉਸ ਨੂੰ ਆਖਰੀ ਸਮੂਹ ਵਿੱਚ ਵੱਧ ਜਾਂ ਘੱਟ ਕਰਕੇ ਸ਼ਾਮਲ ਕਰ ਲਿਆ ਜਾਵੇਗਾ। ਫਿਰ ਉਹਨਾਂ ਨੂੰ ਆਪਸ ਦੇ ਵਿੱਚ ਗੱਲਬਾਤ ਕਰਨ ਲਈ ਮੌਕਾ ਦਿੱਤਾ ਜਾਵੇਗਾ। ਇਸ ਤਰ੍ਹਾਂ ਆਪਸ ਦੇ ਵਿੱਚ ਗੱਲਬਾਤ ਕਰਦੇ ਹੋਏ ਇੱਕ ਦੂਜੇ ਦੇ ਪ੍ਰਤੀ ਆਪਣੀ ਆਪਣੀ ਸਮਝ ਨੂੰ ਪ੍ਰਗਟ ਕਰਨਗੇ। ਇਹ ਪੂਰਨ ਰੂਪ ਵਿੱਚ ਆਪਣੇ ਅਧਿਆਪਕ ਦੀ ਨਿਗਰਾਨੀ ਵਿੱਚ ਕਰਨਾ ਹੈ। ਇਸ ਵਿੱਚ ਕੁਝ ਵਿਦਿਆਰਥੀਆਂ ਨੂੰ ਹੇਠ ਲਿਖੇ ਅਨੁਸਾਰ ਸਿੱਖਣ ਲਈ ਉਤਸ਼ਾਹਿਤ ਕਰਨਾ ਹੈ। ਨੰਬਰ 1, ਸਾਥੀ ਵਿਦਿਆਰਥੀ ਦਾ ਸਤਿਕਾਰ ਕਰਨ ਲਈ, ਉਹਨਾਂ ਦੀਆਂ ਸਮਾਨਤਾਵਾਂ ਅਤੇ ਅਸਮਾਨਤਾਵਾਂ ਨੂੰ ਸਮਝਣ ਲਈ, ਸਾਥੀ ਤੋਂ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਪੁੱਛਣ ਤੋਂ ਪਹਿਲਾਂ ਸੋਚ ਵਿਚਾਰ ਲਈ, ਨਿੱਜੀ ਜਾਣਕਾਰੀ ਅਤੇ ਤਜਰਬੇ ਸਾਂਝੇ ਕਰਨ ਲਈ। ਤਾਂ ਦੋਸਤੋ ਇਸ ਤਰ੍ਹਾਂ ਅਧਿਆਪਕ ਦੀ ਨਿਗਰਾਨੀ ਦੇ ਵਿੱਚ ਅਧਿਆਪਕ ਨੂੰ ਸੂਝ ਨਾਲ ਕੰਮ ਕਰਦੇ ਹੋਏ ਅਨੇਕਤਾ ਵਿੱਚ ਏਕਤਾ ਦੇ ਵਿਚਾਰ ਅਨੁਸਾਰ ਵਿਦਿਆਰਥੀਆਂ ਨੂੰ ਆਪਣੀ ਆਪਣੀ ਸਮਾਨਤਾਵਾਂ ਅਤੇ ਸਮਾਨਤਾਵਾਂ ਨੂੰ ਪ੍ਰਵਾਨ ਕਰਨ ਲਈ ਜ਼ਰੂਰਤ ਪ੍ਰਤੀ ਸਕਾਰਾਤਮਕ ਵਤੀਰਾ ਅਪਣਾਉਣ ਲਈ ਉਤਸ਼ਾਹਿਤ ਕਰਨ ਦੀ ਲੋੜ ਹੈ। ਭਾਵ ਕਿ ਵਿਦਿਆਰਥੀ ਇਸ ਤਰ੍ਹਾਂ ਅਨੇਕਤਾ ਵਿੱਚ ਏਕਤਾ ਭਾਵ ਮਿਲ ਜੁਲ ਕੇ ਰਹਿਣਾ ਸਿੱਖਣਗੇ। ਚੌਥੀ ਕਿਰਿਆ, ਇਸ ਕਿਰਿਆ ਵਿੱਚ ਵਿਦਿਆਰਥੀ ਇਹ ਮੰਨ ਲੈਣਗੇ ਕਿ ਸਕੂਲ ਵਿੱਚ ਕੋਈ ਸਮਾਗਮ, ਭਾਵ ਕਿ ਕੋਈ ਸਪੋਰਟਸ ਮੀਟ, ਸਾਲਾਨਾ ਸਮਾਗਮ ਜਾਂ ਮੇਲਾ ਹੈ, ਕਰਵਾਇਆ ਜਾ ਰਿਹਾ ਹੈ। ਹਰ ਵਿਦਿਆਰਥੀ ਉਸ ਵਿੱਚ ਕੋਈ ਨਾ ਕੋਈ ਯੋਜਨਾਬੰਦੀ ਅਤੇ ਕਾਰਜ ਕਰੇਗਾ। ਸਮਾਗਮ ਦਾ ਵਿਸ਼ਾ ਜਮਾਤ ਦੀ ਸਹੂਲਤ ਅਨੁਸਾਰ ਅਧਿਆਪਕ ਵੱਲੋਂ ਮੌਕੇ ਤੇ ਹੀ ਨਿਰਧਾਰਿਤ ਕੀਤਾ ਜਾਵੇਗਾ। ਸਮਾਗਮ ਜਮਾਤ ਜਾਂ ਸਕੂਲ ਨਾਲ ਸੰਬੰਧਿਤ ਵੀ ਹੋ ਸਕਦਾ ਹੈ। ਪ੍ਰੋਗਰਾਮ ਦੇ ਅੰਤ ਵਿੱਚ ਅਧਿਆਪਕ ਸਾਰੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਧੰਨਵਾਦ ਕਰਦੇ ਹੋਏ ਉਹਨਾਂ ਨੂੰ ਖੁਸ਼ੀ-ਖੁਸ਼ੀ ਘਰ ਜਾ ਕੇ ਹੇਠ ਲਿਖੇ ਪ੍ਰਸ਼ਨਾਂ ਨਾਲ ਸੰਬੰਧਿਤ ਇੱਕ ਪੈਰਾ ਲਿਖ ਕੇ ਲਿਆਉਣ ਲਈ ਕਹੇਗਾ। ਭਾਵ ਕਿ ਜਿਹੜਾ ਵੀ ਤੁਸੀਂ ਫੰਕਸ਼ਨ ਅਟੈਂਡ ਕੀਤਾ ਉਹਦੇ ਬਾਰੇ ਤੁਸੀਂ ਆਪ ਲਿਖਣਾ ਹੈ। ਜਿਵੇਂ ਕਿ ਪ੍ਰਸ਼ਨ ਨੰਬਰ 1, ਪ੍ਰੋਗਰਾਮ ਕੀ ਸੀ, ਤਾਂ ਤੁਸੀਂ ਆਪਣੇ ਮੁਤਾਬਕ ਕੁਝ ਵੀ ਭਰ ਦਿਓ। ਮੈਂ ਇੱਥੇ ਸਾਲਾਨਾ ਸਮਾਗਮ ਭਾਵ ਕਿ ਸਾਲ ਬਾਅਦ ਹੋਣ ਵਾਲਾ ਫੰਕਸ਼ਨ ਭਰਿਆ ਹੈ ਜੀ। ਪ੍ਰਸ਼ਨ ਨੰਬਰ 2, ਪ੍ਰੋਗਰਾਮ ਲਈ ਉਹਨਾਂ ਨੇ ਕਿਵੇਂ ਤਿਆਰੀ ਕੀਤੀ, ਤਾਂ ਇਹਦਾ ਉੱਤਰ ਥੱਲੇ ਲਿਖਿਆ ਜੀ। ਸਾਰੇ ਵਿਦਿਆਰਥੀਆਂ ਦੀ ਮਦਦ ਨਾਲ ਸਕੂਲ ਨੂੰ ਸਜਾਇਆ ਗਿਆ। ਕਈ ਵਿਦਿਆਰਥੀਆਂ ਨੇ ਵੱਖ-ਵੱਖ ਇਵੈਂਟਸ ਭਾਵ ਕਾਰਜਾਂ ਵਿੱਚ ਭਾਗ ਲਿਆ, ਜਿਵੇਂ ਕਿਸੇ ਨੇ ਭਾਸ਼ਣ ਦੀ ਤਿਆਰੀ ਕੀਤੀ, ਕਿਸੇ ਨੇ ਕਵਿਤਾ ਬੋਲੀ, ਕਿਸੇ ਨੇ ਗੀਤ ਸੁਣਾਇਆ ਆਦਿ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਇਵੈਂਟਸ ਤੁਸੀਂ ਲਿਖ ਸਕਦੇ ਹੋ। ਪ੍ਰਸ਼ਨ ਨੰਬਰ 3, ਉਹਨਾਂ ਨੇ ਕਿਹੜੇ ਨਵੇਂ ਹੁਨਰ ਸਿੱਖੇ, ਭਾਵ ਕਿ ਦੂਜਿਆਂ ਤੋਂ ਕੀ ਸਿੱਖਿਆ। ਸਟੇਜ ਸਜਾਉਣ ਦਾ ਹੁਨਰ, ਸਟੇਜ ਉੱਤੇ ਖੜ੍ਹ ਕੇ ਹੌਸਲੇ ਨਾਲ ਬੋਲਣ ਦਾ ਹੁਨਰ, ਆਏ ਹੋਏ ਮਹਿਮਾਨਾਂ ਦੀ ਸੇਵਾ ਕਰਨ ਦਾ ਹੁਨਰ, ਮਿਲ ਜੁਲ ਕੇ ਕੰਮ ਕਰਨ ਦਾ ਹੁਨਰ। ਭਾਵ ਕਿ ਇਹ ਸਾਰੇ ਗੁਣ ਵਿਦਿਆਰਥੀ ਇੱਕ ਦੂਜੇ ਦੀ ਸੰਪਰਕ ਵਿੱਚ ਆਉਣ ਨਾਲ ਸਿੱਖਦੇ ਹਨ ਜੀ। ਪ੍ਰਸ਼ਨ ਨੰਬਰ 4, ਤਿਆਰੀ ਦੌਰਾਨ ਕਿਸ ਨੇ ਉਹਨਾਂ ਦੀ ਮਦਦ ਕੀਤੀ, ਤਾਂ ਸਕੂਲ ਵਿੱਚ ਮੌਜੂਦ ਹਰ ਇੱਕ ਪਰਸਨ ਕਿਤੇ ਨਾ ਕਿਤੇ ਆਪਣਾ ਰੋਲ ਅਦਾ ਕਰਦਾ ਹੈ। ਜਿਵੇਂ ਕਿ ਅਧਿਆਪਕ ਸਾਹਿਬਾਨਾਂ ਨੇ ਕੀਤਾ, ਸਾਥੀ ਵਿਦਿਆਰਥੀਆਂ ਨੇ ਕੀਤਾ ਅਤੇ ਹੋਰ ਜੋ ਵੀ ਤੁਹਾਡਾ ਸਟਾਫ ਮੈਂਬਰ ਹੋਣਗੇ ਸਭ ਨੇ ਮਦਦ ਕੀਤੀ ਹੋਵੇਗੀ। ਪ੍ਰਸ਼ਨ ਨੰਬਰ 5, ਆਪਣੀ ਨਿਰਧਾਰਿਤ ਭੂਮਿਕਾ ਨਿਭਾਉਂਦੇ ਹੋਏ ਉਹਨਾਂ ਨੂੰ ਕਿਵੇਂ ਮਹਿਸੂਸ ਹੋਇਆ, ਚੰਗਾ ਜਾਂ ਵਧੀਆ। ਭਾਵ ਕਿ ਹਰੇਕ ਨੂੰ ਆਪਣੀ ਕਾਰਜ ਨੂੰ ਪੂਰਾ ਕਰਨ ਤੋਂ ਬਾਅਦ ਚੰਗਾ ਹੀ ਮਹਿਸੂਸ ਹੋਇਆ ਹੋਵੇਗਾ। ਨੰਬਰ 6, ਇਸ ਤੋਂ ਅੱਗੇ ਉਹ ਇਸੇ ਤਰ੍ਹਾਂ ਨਾਲ ਕੀ ਮਨਾਉਣਾ ਚਾਹੁੰਦੇ ਹਨ। ਭਾਵ ਕਿ ਤੁਸੀਂ ਆਪਣੇ ਮੁਤਾਬਕ ਦੱਸੋ, ਤੁਸੀਂ ਕੁਝ ਵੀ ਭਰ ਸਕਦੇ ਹੋ। ਹਰੇਕ ਸਮਾਗਮ ਨੂੰ ਜਾਂ ਪ੍ਰੋਗਰਾਮ ਨੂੰ ਮਨਾਉਣਾ ਚਾਹੁੰਦੇ ਹੋ, ਜਾਂ ਸਪੋਰਟਸ ਮੀਟ ਵੀ ਲਿਖ ਸਕਦੇ ਹੋ ਤੁਸੀਂ। ਹੋਰ ਇਸੇ ਤਰੀਕੇ ਨਾਲ ਕੀ ਮਨਾਉਣਾ ਚਾਹੁੰਦੇ ਹੋ, ਭਾਵ ਕਿ ਤੁਸੀਂ ਆਪਣੇ ਮੁਤਾਬਕ ਕੁਝ ਵੀ ਭਰ ਸਕਦੇ ਹੋ। ਸਵੈ ਜਾਗਰੂਕਤਾ ਭਾਗ ਵਿੱਚ ਅੱਗੇ ਇੱਕ ਸਵੈ ਜਾਗਰੂਕਤਾ ਚੱਕਰ ਦਿੱਤਾ ਹੋਇਆ, ਜਿਸ ਵਿੱਚ ਆਪਣੇ ਆਪ ਨੂੰ ਕੁਝ ਪ੍ਰਸ਼ਨ ਪੁੱਛਦੇ ਹੋਏ ਆਪਣੇ ਆਪ ਨੂੰ ਇਹ ਦਿਖਾਉਣਾ ਹੈ ਕਿ ਤੁਸੀਂ ਕਿੰਨੇ ਕਿਰਿਆਤਮਕ ਹੋ, ਭਾਵ ਕਿ ਕਿੰਨੀਆਂ ਕਿਰਿਆਵਾਂ ਕਰਦੇ ਹੋ ਸਮਾਜ ਦੇ ਪ੍ਰਤੀ, ਅਤੇ ਤੁਹਾਡੀ ਭਾਵਨਾਵਾਂ ਕਿਹੋ ਜਿਹੀਆਂ ਹਨ, ਇਹ ਤੁਸੀਂ ਪੜ੍ਹ ਲੈਣੀਆਂ ਹਨ। ਅਗਲੀ ਕਿਰਿਆ ਵਿੱਚ ਇੱਕ ਰੋਲ ਪਲੇ ਦਿੱਤਾ ਹੋਇਆ, ਜਿਸ ਵਿੱਚ ਜਸ਼ਨਪ੍ਰੀਤ, ਕਮਲਜੀਤ ਕੌਰ, ਆਕਾਸ਼ਦੀਪ, ਨਵਕਿਰਨ ਕੌਰ ਤੇ ਅਧਿਆਪਕ ਦੀ ਮਦਦ ਨਾਲ ਇੱਕ ਪਲੇ ਪੇਸ਼ ਕੀਤਾ ਗਿਆ, ਜਿਸ ਵਿੱਚ ਇਹ ਦਿਖਾਇਆ ਗਿਆ ਹੈ ਕਿ ਜਸ਼ਨਪ੍ਰੀਤ ਵਰਗਾ ਵਿਦਿਆਰਥੀ ਜਿਹੜਾ ਫਜ਼ੂਲ ਦੀ ਫੁਕਰੀ ਮਾਰਦਾ ਰਹਿੰਦਾ ਹੈ ਅਤੇ ਵਾਧੂ ਦੀਆਂ ਗੱਲਾਂ ਕਰਦਾ ਰਹਿੰਦਾ ਹੈ ਅਤੇ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਢਹਿ ਢੇਰੀ ਕਰਦਾ ਰਹਿੰਦਾ ਹੈ, ਉਹਨਾਂ ਦਾ ਮਜ਼ਾਕ ਉਡਾਉਂਦਾ ਰਹਿੰਦਾ ਹੈ। ਅੰਤ ਵਿੱਚ ਉਹ ਆਪ ਫੇਲ ਹੋ ਜਾਂਦਾ ਹੈ ਅਤੇ ਪਛਤਾਉਂਦਾ ਹੈ, ਅਤੇ ਉਸ ਨੂੰ ਆਪਣੇ ਪਛਤਾਵੇ ਦੇ ਵਿੱਚੋਂ ਆਪਣੀ ਜ਼ਿੰਦਗੀ ਦੀਆਂ ਕੀਤੀਆਂ ਹੋਈਆਂ ਗਲਤੀਆਂ ਤੋਂ ਸਿੱਖਿਆ ਮਿਲਦੀ ਹੈ।
ਉਪਰੋਕਤ ਰੋਲ ਪਲੇ ਦੇ ਆਧਾਰ ਤੇ ਵਿਦਿਆਰਥੀ ਹੇਠ ਲਿਖੇ ਪ੍ਰਸ਼ਨਾਂ ਦੇ ਜਵਾਬ ਦੇਣਗੇ। ਖਾਲੀ ਸਥਾਨ ਨੰਬਰ 1, ਜਸ਼ਨਪ੍ਰੀਤ ਵਿੱਚ ਡੈਸ਼ ਦੀ ਘਾਟ ਸੀ। ਤਾਂ ਦੋਸਤੋ ਤੁਸੀਂ ਸੁਣ ਹੀ ਲਿਆ ਹੈ ਕਿ ਜਸ਼ਨਪ੍ਰੀਤ ਜਿਹੜਾ ਫੁਕਰੀਆਂ ਮਾਰਦਾ ਰਹਿੰਦਾ ਸੀ, ਫਜ਼ੂਲ ਦੀਆਂ ਗੱਲਾਂ ਕਰਦਾ ਰਹਿੰਦਾ ਸੀ, ਤਾਂ ਉਸ ਵਿੱਚ ਸਮਝ ਜਾਂ ਸਮਝਦਾਰੀ ਦੀ ਘਾਟ ਸੀ। ਪ੍ਰਸ਼ਨ ਨੰਬਰ 2, ਅਧਿਆਪਕ ਦੁਆਰਾ ਦੁਹਰਾਈ ਕਵਿਤਾ ਵਿੱਚੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ। ਉੱਪਰ ਇੱਕ ਕਵਿਤਾ ਅਧਿਆਪਕ ਦੁਆਰਾ ਗਾਈ ਗਈ ਸੀ, ਤੁਸੀਂ ਉਹ ਪੜ੍ਹ ਲੈਣੀ ਹੈ ਜੀ। ਉੱਤਰ ਹੈ ਜੀ, ਜ਼ਿੰਦਗੀ ਵਿੱਚ ਮਿਹਨਤ ਕਰਨ ਅਤੇ ਨਿਸ਼ਾਨਾ ਮਿੱਥ ਕੇ ਮੰਜ਼ਿਲ ਪ੍ਰਾਪਤ ਕਰਨ ਦੀ ਸਿੱਖਿਆ ਦਿੱਤੀ ਗਈ ਹੈ ਜੀ। ਬਹੁਤ ਵਧੀਆ ਕਵਿਤਾ, ਤੁਸੀਂ ਜ਼ਰੂਰ ਪੜ੍ਹ ਲੈਣੀ ਹੈ। ਪ੍ਰਸ਼ਨ ਨੰਬਰ 3, ਜਸ਼ਨਪ੍ਰੀਤ ਦਾ ਮਾਤਾ ਪਿਤਾ ਪ੍ਰਤੀ ਰਵੱਈਆ ਵਧੀਆ ਸੀ, ਸਹੀ ਜਾਂ ਗਲਤ। ਗਲਤ ਹੈ ਜੀ, ਜਸ਼ਨਪ੍ਰੀਤ ਦਾ ਰਵੱਈਆ ਬਿਲਕੁਲ ਗਲਤ ਸੀ। ਤੁਸੀਂ ਪਹਿਲੀ ਲਾਈਨ ਵਿੱਚ ਪੜ੍ਹ ਲਓਗੇ ਕਿ ਆਪਣੀ ਮਾਤਾ ਜੀ ਨਾਲ ਬੜੀ ਬਦਤਮੀਜ਼ੀ ਨਾਲ ਬੋਲਦਾ ਹੈ। ਪ੍ਰਸ਼ਨ ਨੰਬਰ 4, ਜਸ਼ਨਪ੍ਰੀਤ ਨਾਲ ਅੰਤ ਵਿੱਚ ਕੀ ਹੋਇਆ। ਉਸਨੇ ਆਪਣਾ ਸਭ ਕੁਝ ਹੀ ਗਵਾ ਲਿਆ, ਭਾਵ ਉਸਨੇ ਆਪਣਾ ਪੂਰਾ ਸਾਲ ਬਰਬਾਦ ਕਰ ਲਿਆ, ਕਿਉਂਕਿ ਉਹ ਸਾਰਾ ਸਾਲ ਪੜ੍ਹਿਆ ਨਹੀਂ ਸੀ ਅਤੇ ਦੂਜਿਆਂ ਦਾ ਮਜ਼ਾਕ ਉਡਾਉਂਦਾ ਰਹਿੰਦਾ ਸੀ ਅਤੇ ਉਸਨੂੰ ਆਪਣੇ ਪਿਤਾ ਦੇ ਪੈਸਿਆਂ ਦੇ ਅਤੇ ਨਕਲ ਉੱਤੇ ਬੜਾ ਭਰੋਸਾ ਸੀ, ਪਰੰਤੂ ਉਸ ਦਾ ਖਾਮਿਆਜ਼ਾ ਉਸਨੂੰ ਭੁਗਤਣਾ ਪੈਂਦਾ ਹੈ। ਤਾਂ ਵਿਦਿਆਰਥੀਓ, ਤੁਸੀਂ ਵੀ ਜ਼ਿੰਦਗੀ ਦੇ ਵਿੱਚ ਪੜ੍ਹਾਈ ਕਰਨੀ ਹੈ, ਫਜ਼ੂਲ ਦੀਆਂ ਗੱਲਾਂ ਵੱਲ ਧਿਆਨ ਨਹੀਂ ਦੇਣਾ। ਦੂਸਰੀ ਕਿਰਿਆ, ਇਸ ਵਿੱਚ ਅਧਿਆਪਕ ਦੁਆਰਾ ਵਿਦਿਆਰਥੀਆਂ ਨਾਲ ਸਵੈ ਚਿੰਤਨ ਭਾਵ ਆਤਮ ਚਿੰਤਨ ਦੀ ਗੱਲ ਕੀਤੀ ਗਈ ਹੈ। ਇਹ ਤੁਸੀਂ ਪੜ੍ਹ ਲੈਣੀ ਹੈ ਜੀ। ਇਸ ਦਾ ਪ੍ਰਸ਼ਨ ਨੰਬਰ 1 ਹੈ ਜੀ, ਆਤਮ ਚਿੰਤਨ ਕਰਕੇ ਤੁਸੀਂ ਕੀ ਮਹਿਸੂਸ ਕੀਤਾ ਹੈ। ਆਤਮ ਚਿੰਤਨ ਦੌਰਾਨ ਮੈਂ ਆਪਣੇ ਗੁਣਾਂ ਅਤੇ ਔਗੁਣਾਂ ਨੂੰ ਮਹਿਸੂਸ ਕੀਤਾ ਹੈ। ਭਾਵ ਕਿ ਆਤਮ ਚਿੰਤਨ ਦਾ ਭਾਵ ਹੁੰਦਾ ਜੀ ਇਕੱਲੇ ਵਿੱਚ ਬੈਠ ਕੇ ਅੱਖਾਂ ਬੰਦ ਕਰਕੇ ਆਪਣੇ ਆਪ ਨੂੰ ਜਾਣਨਾ। ਤਾਂ ਆਤਮ ਚਿੰਤਨ ਦੇ ਨਾਲ ਸਾਨੂੰ ਆਪਣੇ ਗੁਣਾਂ ਅਤੇ ਔਗੁਣਾਂ ਦਾ ਗਿਆਨ ਹੁੰਦਾ ਹੈ। ਪ੍ਰਸ਼ਨ ਨੰਬਰ 2, ਆਤਮ ਚਿੰਤਨ ਕਰਦੇ ਸਮੇਂ ਤੁਸੀਂ ਆਪਣੇ ਬਾਰੇ ਕੀ ਸੋਚਿਆ ਕਿ ਤੁਸੀਂ ਕੀ ਬਣੋਗੇ। ਤਾਂ ਦੋਸਤੋ ਤੁਸੀਂ ਆਪਣੇ ਮੁਤਾਬਕ ਭਰਨਾ ਹੈ। ਮੈਂ ਆਪਣੀ ਸ਼ੌਕ ਰੁਚੀ ਨੂੰ ਮਹਿਸੂਸ ਕਰਦੇ ਹੋਏ ਅਧਿਆਪਕ ਬਣਨ ਦਾ ਫੈਸਲਾ ਕੀਤਾ। ਤਾਂ ਦੋਸਤੋ ਤੁਸੀਂ ਆਪਣਾ ਨਿਸ਼ਾਨਾ ਭਰਨਾ ਹੈ, ਮੇਰੇ ਮੁਤਾਬਕ ਜ਼ਰੂਰੀ ਨਹੀਂ ਕਿ ਤੁਸੀਂ ਅਧਿਆਪਕ ਹੀ ਭਰਨਾ ਹੈ। ਪ੍ਰਸ਼ਨ ਨੰਬਰ 3, ਆਤਮ ਚਿੰਤਨ ਦੇ ਦੌਰਾਨ ਮਹਿਸੂਸ ਹੋਏ ਕੋਈ 3 ਗੁਣ ਅਤੇ ਔਗੁਣ ਲਿਖੋ। ਇੱਥੇ ਤੁਸੀਂ ਗੁਣਾਂ ਅਤੇ ਔਗੁਣਾਂ ਬਾਰੇ ਦੱਸਣਾ ਕਿ ਤੁਹਾਨੂੰ ਕੀ ਲੱਗਿਆ ਕਿ ਆਤਮ ਚਿੰਤਨ ਨਾਲ ਕੋਈ ਫਾਇਦਾ ਹੁੰਦਾ ਹੈ ਜਾਂ ਇਸ ਦਾ ਨੁਕਸਾਨ ਹੁੰਦਾ ਹੈ। ਤਾਂ ਦੋਸਤੋ ਇਹ ਤੁਹਾਡੇ 'ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਆਤਮ ਚਿੰਤਨ ਵਿੱਚੋਂ ਗੁਣ ਲੱਭਦੇ ਹੋ ਜਾਂ ਔਗੁਣ ਲੱਭਦੇ ਹੋ। ਮੈਂ ਪਹਿਲੇ ਗੁਣ ਲਿਖਿਆ ਜੀ। ਨੰਬਰ 1, ਆਪਣੇ ਨਿੱਜ ਦਾ ਗਿਆਨ ਭਾਵ ਕਿ ਆਪਣੇ ਆਪ ਦਾ ਗਿਆਨ ਹੋਇਆ ਜੀ। ਨੰਬਰ 2, ਆਪਣੇ ਆਤਮ ਵਿਸ਼ਵਾਸ ਦਾ ਗਿਆਨ, ਆਪਣਾ ਆਤਮ ਵਿਸ਼ਵਾਸ ਜਾਗਦਾ ਹੈ ਜੀ ਇਸ ਦੇ ਨਾਲ। ਨੰਬਰ 3, ਆਪਸੀ ਸਹਿਯੋਗ ਦੀ ਜ਼ਰੂਰਤ, ਸਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਸਾਨੂੰ ਜ਼ਿੰਦਗੀ ਵਿੱਚ ਦੂਜਿਆਂ ਦੀ ਵੀ ਜ਼ਰੂਰਤ ਪੈਂਦੀ ਹੈ। ਹੁਣ ਅਸੀਂ ਔਗੁਣਾਂ ਦੀ ਗੱਲ ਕਰਦੇ ਹਾਂ ਜੀ। ਕੁਝ ਵਿਦਿਆਰਥੀ ਇਸ ਨੂੰ ਚੰਗਾ ਨਹੀਂ ਸਮਝਦੇ, ਉਹਨਾਂ ਨੂੰ ਲੱਗਦਾ ਕਿ ਫਜ਼ੂਲ ਦੀ ਚੀਜ਼ ਹੈ। ਤਾਂ ਉਹਨਾਂ ਦੇ ਔਗੁਣ ਹਨ, ਨੰਬਰ 1, ਸੁਸਤੀ ਅਤੇ ਨੀਂਦ ਆਉਣ ਲੱਗ ਜਾਂਦੀ ਹੈ। ਤੁਸੀਂ ਆਪਣੇ ਸਾਥੀਆਂ ਨਾਲ ਗੱਲ ਕਰਨਾ, ਕਈ ਤੁਹਾਨੂੰ ਕਹਿਣਗੇ ਕਿ ਸਾਨੂੰ ਤਾਂ ਨੀਂਦ ਆਉਣ ਲੱਗੀ ਸੀ। ਕਈ ਬੱਚੇ ਤਾਂ ਇਹੋ ਜਿਹੇ ਹਨ ਜੋ ਸਵੇਰ ਦੀ ਪ੍ਰਾਰਥਨਾ ਵਿੱਚ ਵੀ ਅੱਖਾਂ ਬੰਦ ਕਰਦੇ ਹੋਏ ਨੀਂਦ ਲੈਣ ਲੱਗ ਜਾਂਦੇ ਹਨ। ਨੰਬਰ 2, ਕਈਆਂ ਨੂੰ ਸਮਾਂ ਬਰਬਾਦ ਕਰਨਾ ਲੱਗਦਾ ਹੈ। ਨੰਬਰ 3, ਫਾਲਤੂ ਦੇ ਵਿਚਾਰ ਹਾਵੀ ਹੋ ਜਾਂਦੇ ਹਨ। ਤਾਂ ਮੈਨੂੰ ਉਮੀਦ ਹੈ ਤੁਸੀਂ ਗੁਣ ਅਤੇ ਔਗੁਣ ਸਮਝ ਲਏ ਹੋਣਗੇ। ਤੁਸੀਂ ਆਪਣੇ ਮੁਤਾਬਕ ਕੁਝ ਵੀ ਪੜ੍ਹ ਸਕਦੇ ਹੋ। ਨੰਬਰ 4, ਜ਼ਿੰਦਗੀ ਵਿੱਚ ਨਿਸ਼ਾਨਾ ਮਿੱਥ ਕੇ ਆਪਣੀ ਯੋਗਤਾ ਨੂੰ ਵਧਾਉਣ ਦੇ ਕੀ ਲਾਭ ਹੋ ਸਕਦੇ ਹਨ। ਨਿਸ਼ਾਨਾ ਮਿੱਥ ਕੇ ਆਪਣੀ ਯੋਗਤਾ ਨੂੰ ਵਧਾਇਆ ਜਾਵੇ ਤਾਂ ਅਸੀਂ ਜ਼ਿੰਦਗੀ ਵਿੱਚ 100% ਸਫਲਤਾ ਪ੍ਰਾਪਤ ਕਰ ਸਕਦੇ ਹਾਂ। ਭਾਵ ਕਿ ਜੇਕਰ ਅਸੀਂ ਆਪਣੀ ਯੋਗਤਾ ਅਨੁਸਾਰ ਕੰਮ ਕਰਾਂਗੇ ਤਾਂ ਅਸੀਂ 100% ਕਾਮਯਾਬ ਹੋਵਾਂਗੇ। ਪਰੰਤੂ ਜੇਕਰ ਅਸੀਂ ਦੂਜਿਆਂ ਦੁਆਰਾ ਥੋਪੇ ਗਏ ਭਾਵ ਆਪਣੇ ਅਧਿਆਪਕਾਂ, ਮਾਤਾ ਪਿਤਾ ਜਾਂ ਗੁਆਂਢੀ ਜਾਂ ਕਿਸੇ ਰਿਸ਼ਤੇ ਦੁਆਰਾ ਥੋਪੇ ਹੋਏ ਫੈਸਲੇ ਨੂੰ ਅਪਣਾਉਂਦੇ ਹਾਂ ਤਾਂ ਅਸੀਂ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋਣ ਦੇ ਚਾਂਸਾਂ ਨੂੰ ਘਟਾ ਲੈਂਦੇ ਹਾਂ। ਤਾਂ ਦੋਸਤੋ ਮੈਨੂੰ ਉਮੀਦ ਹੈ ਤੁਸੀਂ ਸਾਰਾ ਪਾਠ ਸਮਝ ਲਿਆ ਹੋਵੇਗਾ। ਪਲੀਜ਼ ਹੋਰ ਵੀਡੀਓਜ਼ ਪ੍ਰਾਪਤ ਕਰਨ ਲਈ ਮੇਰੇ ਚੈਨਲ ਪਾਲ ਸਟੱਡੀ ਪੁਆਇੰਟ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ। ਧੰਨਵਾਦ ਦੋਸਤੋ।